ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਚਰਚਾ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਅਡਾਨੀ ਦੀ ਇੱਕ ਕੰਪਨੀ ਅਮਰੀਕਾ ਵਿੱਚ ਸਟਾਕ ਐਕਸਚੇਂਜ ਦੇ ਵਿੱਚੋਂ ਬਾਹਰ ਕੱਢ ਦਿੱਤੀ ਗਈ ਹੈ। ਉਹਦਾ ਕੀ ਕਾਰਨ ਹੈ? ਪਾਕਿਸਤਾਨ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ? ਸਿੱਖ ਜਥਾ ਉੱਥੇ ਧਾਰਮਿਕ ਸਮਾਗਮਾਂ ਲਈ ਗਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਕੁਝ ਹੋਰ ਵੀ ਖਬਰਾਂ ਨੇ ਜਿਨ੍ਹਾਂ ਦੇ ਉੱਪਰ ਅਸੀਂ ਚਰਚਾ ਕਰਾਂਗੇ, ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ। ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਮੈਂ ਸ਼ੁਰੂ ਵਿੱਚ ਹੀ ਦੱਸਤਾ, ਪ੍ਰਧਾਨ ਮੰਤਰੀ ਮੋਦੀ ਦੇ ਮਿੱਤਰ ਅਡਾਨੀ ਇੱਕ ਕੰਪਨੀ ਹੈ, ਨਿਊਯਾਰਕ ਸਟਾਕ ਐਕਸਚੇਂਜ ਨੇ ਉਹਨੂੰ ਲਿਸਟ ਵਿੱਚੋਂ ਬਾਹਰ ਕਰ ਦਿੱਤਾ। ਇਹਦਾ ਕਾਰਨ ਕੀ ਹੈ? ਇਹ ਉਹੋ ਹੀ ਅਡਾਨੀ ਸਾਹਿਬ ਹੈ ਜੀ, ਜਿਨ੍ਹਾਂ ਦੇ ਮੋਗੇ ਵਾਲੇ ਉਸ ਪਲਾਂਟ ਦੇ ਖਿਲਾਫ ਕਿਸਾਨਾਂ ਨੇ ਧਰਨਾ ਲਾਇਆ ਸੀ ਤੇ ਸ਼ੁਰੂਆਤ ਹੋਈ ਸੀ ਸੀਲੋ ਪਲਾਂਟ। ਇਹ ਉਹੋ ਹੀ ਅਡਾਨੀ ਆ ਜਿਹੜਾ ਗੁਜਰਾਤ ਦੇ ਵਿੱਚ ਮਸਾਂ 5000 ਕਰੋੜ ਦਾ ਉਦਯੋਗਪਤੀ ਹੁੰਦਾ ਸੀ। 5000 ਕਰੋੜ ਵੀ ਬਹੁਤ ਹੁੰਦੇ ਆ ਜੀ, ਪਰ ਮਸਾਂ ਇਸ ਕਰਕੇ ਕਿ ਹੁਣ ਵਾਂਗ 5-10 ਲੱਖ ਕਰੋੜ ਦਾ ਨਹੀਂ ਸੀ ਜੀ, ਉਦੋਂ 5000 ਕਰੋੜ ਦਾ ਸੀ। ਗੁਜਰਾਤ ਵਿੱਚ ਦੰਗੇ ਹੋਏ, ਭਾਜਪਾ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸਾਰੇ ਪਾਸੇ ਭੰਡੀ ਹੁੰਦੀ ਸੀ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਇਹਦੇ ਨਾਲ ਨਾਰਾਜ਼ ਸੀ, ਪਰ ਪਾਰਟੀ ਦੇ ਤੇ RSS ਦੇ ਦਬਾਅ ਥੱਲੇ ਸੀ ਜੀ। ਦਿੱਲੀ 'ਚ ਸਾਰੇ ਇੰਡਸਟਰੀਅਲਿਸਟ ਜਿਹੜੇ ਉਹਨਾਂ ਦੀ ਮੀਟਿੰਗ ਹੋਈ, ਹਰ ਕੋਈ ਆਖੇ ਕਿ ਮੋਦੀ ਨੇ ਮਾਹੌਲ ਖਰਾਬ ਕਰਤਾ, ਇੱਥੇ ਕੋਈ ਇੰਡਸਟਰੀ ਵਾਲਾ ਕੰਮ ਨਹੀਂ ਰਹਿ ਗਿਆ। ਸਾਰੇ ਸਮਝਦੇ ਸੀ ਕਿ ਅਸੀਂ ਇੱਦਾਂ ਆਖਾਂਗੇ ਤੇ ਵਾਜਪਾਈ ਜੀ ਵੀ ਖੁਸ਼ ਹੋਣਗੇ ਜੀ, ਬਾਕੀ ਤਰ੍ਹਾਂ ਵੀ ਖੁਸ਼ ਹੋਣਗੇ। ਇੱਕ ਬੰਦੇ ਨੇ ਬੋਲਣ ਦਾ ਟਾਈਮ ਮੰਗਿਆ, ਉਹਨੇ ਜਾ ਕੇ ਆਖਿਆ ਤੁਹਾਨੂੰ ਕੀ ਪਤਾ ਗੁਜਰਾਤ 'ਚ ਕੀ ਹੁੰਦਾ ਤੇ ਅਸੀਂ ਹਿੰਦੂ ਕੀ ਮਹਿਸੂਸ ਕਰਦੇ ਹਾਂ ਜੀ। ਮੋਦੀ ਨੇ ਜੋ ਕੁਝ ਕੀਤਾ ਉਹਨੇ ਠੀਕ ਕੀਤਾ। ਇੰਨੀ ਆਪਣੀ ਤਕਰੀਰ ਕਰਕੇ ਮੋਦੀ ਦੇ ਪੱਖ ਵਿੱਚ ਤੇ ਉਹ ਵਾਕਆਊਟ ਕਰ ਗਿਆ ਉਸ ਮੀਟਿੰਗ 'ਚ। ਉਸ ਬੰਦੇ ਦਾ ਨਾਮ ਗੌਤਮ ਅਡਾਨੀ ਸੀ। ਇੱਥੋਂ ਉਹਨੇ ਸਿੱਧੀ ਫਲਾਈਟ ਲੈ ਗੁਜਰਾਤ ਗਿਆ ਤੇ ਰਾਤ ਪੈਣ ਤੋਂ ਪਹਿਲਾਂ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਸੱਦਾ ਆ ਗਿਆ ਕਿ ਰਾਤ ਦਾ ਖਾਣਾ ਮੇਰੇ ਨਾਲ ਖਾਵੀਂ ਜੀ। ਅਗਲੇ ਦਿਨ ਤੋਂ ਉਹਨੂੰ ਪ੍ਰਾਜੈਕਟ ਮਿਲਣ ਲੱਗ ਪਏ, ਇੱਕ ਪ੍ਰਾਜੈਕਟ, ਦੋ ਪ੍ਰਾਜੈਕਟ। ਹੌਲੀ ਹੌਲੀ ਉਹ ਐਡਾ ਭਾਰੂ ਹੋ ਗਿਆ ਕਿ 2014 'ਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਚੁਣੇ ਗਏ ਜੀ, ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਅਸਤੀਫਾ ਦੇ ਕੇ ਦਿੱਲੀ ਆਉਣਾ ਸੀ ਸਹੁੰ ਚੁੱਕਣ। ਏਅਰ ਇੰਡੀਆ ਦਾ ਜਹਾਜ਼ ਆਪਣੇ ਪ੍ਰਧਾਨ ਮੰਤਰੀ ਨੂੰ ਲਿਜਾਣ ਵਾਸਤੇ ਡਿੱਗਦਾ ਰਿਹਾ। ਨਰਿੰਦਰ ਮੋਦੀ ਗੌਤਮ ਅਡਾਨੀ ਦੇ ਜਹਾਜ਼ ਦੇ ਉੱਤੇ ਚੜ੍ਹ ਕੇ ਦਿੱਲੀ ਆਏ ਸੀ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ। ਉਦੋਂ ਬਾਅਦ ਅਡਾਨੀ ਭਾਰਤ ਵਿੱਚ, ਅਡਾਨੀ ਆਸਟ੍ਰੇਲੀਆ 'ਚ, ਅਡਾਨੀ ਸਾਰੇ ਦੇਸ਼ਾਂ ਦੇ ਵਿੱਚ ਅਡਾਨੀ ਦੀ ਚੜ੍ਹਤ ਜੀ। ਆਮ ਤੌਰ 'ਤੇ ਵੱਖ-ਵੱਖ ਦੇਸ਼ਾਂ 'ਚ ਬੰਦਰਗਾਹਾਂ ਦਾ ਠੇਕਾ ਉਹਨੂੰ ਮਿਲਦਾ ਸੀ। ਭਾਰਤ ਵਿੱਚ ਵੀ ਬੰਦਰਗਾਹਾਂ ਇਹਦੇ ਕੰਟਰੋਲ 'ਚ, ਹਵਾਈ ਅੱਡੇ ਇਹਦੇ ਕੰਟਰੋਲ 'ਚ। ਮਿਆਂਮਾਰ ਜਿਹੜਾ ਪੁਰਾਣਾ ਬਰਮਾ, ਉੱਥੇ ਰਾਜ ਪਲਟਾ ਹੋਇਆ ਜੀ। ਫੌਜੀ ਰਾਜ ਪਲਟਾ ਜਿਹੜੀ ਚੁਣੀ ਹੋਈ ਲੀਡਰ ਹੈ ਆਂਗ ਸਾਨ ਸੂ ਕੀ ਜੀ, ਜੀ, ਜਿਹਦੇ ਬਾਪ ਨੂੰ ਫਾਦਰ ਆਫ ਨੇਸ਼ਨ ਮੰਨਿਆ ਜਾਂਦਾ, ਉਸ ਬੀਬੀ ਨੂੰ ਜੇਲ੍ਹ ਸੁੱਟਤਾ। ਸਾਰੀ ਦੁਨੀਆ 'ਚ ਦਾ ਵਿਰੋਧ ਹੈ, ਪਰ ਅਡਾਨੀ ਦੀ ਕੰਪਨੀ ਤੇ ਉੱਥੋਂ ਦੇ ਫੌਜੀ ਜਰਨੈਲਾਂ ਨੇ ਇੱਕ ਕੰਪਨੀ ਖੜੀ ਕੀਤੀ ਹੈ, ਦੋਵੇਂ ਰਲ ਕੇ ਉੱਥੇ ਪੋਰਟ ਦਾ ਕੰਮ ਕਰਦੇ ਪਏ ਯੰਗੂਨ ਦੇ ਵਿੱਚ ਜੀ। ਇਹਦੇ ਉੱਤੇ ਦੁਨੀਆ 'ਚ ਵਿਰੋਧ ਹੈ। ਨਿਊਜ਼ੀਲੈਂਡ 'ਚ ਵਿਰੋਧ, ਆਸਟ੍ਰੇਲੀਆ 'ਚ ਵਿਰੋਧ, ਇੰਗਲੈਂਡ 'ਚ ਵਿਰੋਧ, ਜਰਮਨੀ 'ਚ ਵਿਰੋਧ। ਅਮਰੀਕਾ ਦੀ ਨਿਊਯਾਰਕ ਸਟਾਕ ਐਕਸਚੇਂਜ ਬਹੁਤ ਵੱਡੀ ਹੈ, ਦੁਨੀਆ ਦੇ ਵਾਸਤੇ ਟਰੈਂਡ ਸੈੱਟ ਕਰਦੀ ਹੈ ਜੀ। ਉਹਨਾਂ ਨੇ ਕੱਲ੍ਹ ਫੈਸਲਾ ਕਰਕੇ ਅਡਾਨੀ ਦੀ ਕੰਪਨੀ ਜਿਹੜੀ ਆ ਉਹਨੂੰ ਆਪਣੀ ਲਿਸਟ ਵਿੱਚੋਂ ਕੱਟ ਦਿੱਤਾ। ਇਸ ਕਰਕੇ ਕੱਟਿਆ ਕਿ ਤੈਨੂੰ ਹੁਣ ਡੈਮੋਕ੍ਰੇਟਿਕ ਦੇਸ਼ਾਂ 'ਚ ਕੀ ਲੋੜ ਹੈ। ਬਿਲਕੁਲ। ਮਿਆਂਮਾਰ ਦੀ ਫੌਜੀ ਜੁੰਡੀ ਨਾਲ ਜਦੋਂ ਬਾਕੀ ਸਾਰੇ ਲੋਕ ਸੰਬੰਧ ਤੋੜੀ ਜਾਂਦੇ ਆ, ਤੇਰੀ ਕੰਪਨੀ ਅਜੇ ਵੀ ਕੰਮ ਕਰਦੀ, ਇਸ ਕਰਕੇ ਤੈਨੂੰ ਕੱਟਿਆ ਜਾ ਰਿਹਾ। ਇਹ ਝਟਕਾ ਉਹਦੀ ਕੰਪਨੀ ਵਾਸਤੇ ਆ ਜਾਂ ਅਡਾਨੀ ਵਾਸਤੇ ਆ ਜਾਂ ਅਡਾਨੀ ਦੇ ਸਰਪ੍ਰਸਤ ਮਿੱਤਰਾਂ ਵਾਸਤੇ ਆ, ਸਮਝਣ ਵਾਲਿਆਂ ਨੂੰ ਪਤਾ ਕਿ ਝਟਕਾ ਕਿਹਦੇ ਵਾਸਤੇ। ਪੰਨੂ ਸਾਹਿਬ, ਪਾਕਿਸਤਾਨ ਵਿੱਚ ਸਰਕਾਰ ਦਾ ਵਿਰੋਧ ਪਹਿਲਾਂ ਹੀ ਬਹੁਤ ਹੋ ਰਿਹਾ। ਦੂਸਰੇ ਪਾਸੇ ਹੁਣ ਦੰਗਿਆਂ ਦੀ ਸ਼ੁਰੂਆਤ ਹੋ ਗਈ ਹੈ। ਪਤਾ ਇਹ ਵੀ ਲੱਗਾ ਕਿ 7 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਵਾਲੇ ਪਾਸਿਓਂ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਉੱਥੇ ਗਿਆ। ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ? ਅਸੀਂ ਆਪਣੇ ਜਥੇ ਦੇ ਬਾਰੇ 'ਚ, ਸਿੱਖ ਸ਼ਰਧਾਲੂਆਂ ਦੇ ਬਾਰੇ 'ਚ ਚਿੰਤਾ 'ਚ ਜੀ। ਪਿਛਲੇ ਮਹੀਨੇ ਜਥਾ ਜਾਣਾ ਤੇ ਜਾਣ ਨਹੀਂ ਦਿੱਤਾ ਕਿ ਉੱਥੇ ਹਾਲਾਤ ਖਰਾਬ ਹੋ ਰਹੇ ਤੇ ਬੜੇ ਲੋਕ ਇੱਥੇ ਵਿਰੋਧ ਕਰਦੇ ਸੀ। ਜਾਣ ਕਿਉਂ ਨਹੀਂ ਦਿੱਤਾ? ਪਾਕਿਸਤਾਨ ਨੇ ਵੀਜ਼ੇ ਦਿੱਤੇ। ਹੁਣ ਉਹੀ ਲੋਕ ਚਿੰਤਾ 'ਚ ਹੈ ਕਿ ਜਥਾ ਉੱਥੇ ਫਸਿਆ ਪਿਆ। ਜੀ। ਜਿਹੜੇ ਗੁਰਦੁਆਰੇ 'ਚ ਜਾਂਦੇ, ਗੁਰਦੁਆਰਾ ਸਾਹਿਬ ਦੇ ਅੰਦਰ ਰਹਿੰਦੇ, ਗੁਰਦੁਆਰਾ ਸਾਹਿਬ ਦੇ ਬਾਹਰ ਝਾਤੀ ਮਾਰਨ ਦਾ ਵੀ ਹੁਕਮ ਨਹੀਂ ਜੀ। ਬੜੇ ਬੁਰੇ ਹਾਲਾਤ ਨੇ। ਹਾਲਾਤ ਕਿਉਂ ਬਣੇ? ਅੱਜ ਤੋਂ 11 ਸਾਲ ਪਹਿਲਾਂ ਉੱਥੇ ਖੇਤਾਂ 'ਚ ਨਰਮਾ ਚੁਣਦੀਆਂ ਬੀਬੀਆਂ, ਬਾਕੀ ਮੁਸਲਮਾਨ ਸੀ ਤੇ ਇੱਕ ਈਸਾਈ ਬੀਬੀ ਸੀ ਜੀ। ਉਹਨੇ ਆਖਿਆ ਮੈਂ ਘੁੱਟ ਕੇ ਪਾਣੀ ਪੀਣਾ, ਪਾਣੀ ਦੇ ਦਿਓ, ਤੇ ਉਹਨਾਂ ਚੁੱਕ ਨੇ ਕਹਿ ਤਾ ਉਹ ਘੜਾ ਪਿਆ ਪਾ ਲਾ। ਤੇ ਉਹਨੇ ਜਾ ਕੇ ਘੜੇ 'ਚ ਪਾਣੀ ਪਾ ਲਿਆ ਤੇ ਦੂਜਿਆਂ ਨੇ ਰੌਲਾ ਪਾ ਤਾ ਕਿ ਅਸੀਂ ਮੁਸਲਮਾਨ ਹਾਂ, ਸਾਡਾ ਧਰਮ ਭ੍ਰਿਸ਼ਟ ਕਰਤਾ ਨੇ।
ਉਹਦੇ ਉੱਤੇ ਕੁਫਰ ਦਾ ਫਤਵਾ ਲਾਗੂ ਹੋ ਗਿਆ, ਉਹਨੂੰ ਫੜ ਲਿਆ ਗਿਆ, ਅਦਾਲਤ ਨੇ ਮੌਤ ਦੀ ਸਜ਼ਾ ਦੇ ਦਿੱਤੀ ਜੀ। ਉਹਦਾ ਨਾਂ ਆਸੀਆ ਬੀਬੀ ਸੀ। ਬਾਅਦ ਵਿੱਚ ਉੱਥੇ ਹਾਲਾਤ ਬਦਲੇ, ਉੱਥੇ ਇੱਕ ਗਵਰਨਰ ਬਣ ਗਿਆ, ਬੰਦਾ ਚੰਗਾ ਸੀ, ਸਲਮਾਨ ਤਸੀਰ। ਉਹਨੇ ਆਖਿਆ ਕਿ ਮੈਂ ਦੀ ਰਹਿਮ ਦੀ ਅਪੀਲ ਦਾ ਫੈਸਲਾ ਕਰਨ ਤੋਂ ਪਹਿਲਾਂ ਉਹਨੂੰ ਜੇਲ੍ਹ 'ਚ ਸੁਣਨ ਜਾਊਂ ਜੀ। ਜਦੋਂ ਸੁਣ ਕੇ ਆਇਆ ਤੇ ਬਾਹਰ ਨਿਕਲਦੇ ਨੂੰ ਉਹਦੇ ਆਪਣੇ ਗਨਮੈਨ ਨੇ ਗੋਲੀ ਮਾਰਤੀ। ਗਨਮੈਨ ਹੁੰਦਾ ਸੀ ਮੁੰਡਾ ਮੁਮਤਾਜ਼ ਕਾਦਰੀ। ਸਲਮਾਨ ਤਸੀਰ ਮਰ ਗਿਆ। ਉਹਦੇ ਮਰਨ ਦੇ ਉੱਤੇ ਮੁਮਤਾਜ਼ ਕਾਦਰੀ ਨਾਂ ਦੇ ਗਨਮੈਨ ਨੂੰ ਫੜ ਲਿਆ ਗਿਆ। ਜਦੋਂ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੀ ਤੇ ਵਕੀਲਾਂ ਨੇ ਉਹਦੇ ਉੱਤੇ ਫੁੱਲ ਵਰਸਾਏ ਕਿ ਤੂੰ ਬਹੁਤ ਵਧੀਆ ਕੰਮ ਕਰਕੇ ਆਇਆ। ਉਹਨੇ ਆਖਿਆ ਜੀ ਔਰਤ ਦੇ ਉੱਤੇ ਕੁਫਰ ਦਾ ਫਤਵਾ ਸੀ, ਕ੍ਰਿਸਚਨ ਹੈਗੀ ਸੀ, ਮੇਰਾ ਗਵਰਨਰ ਮਿਲਣ ਕਿਉਂ ਗਿਆ, ਮੈਂ ਇਸ ਕਰਕੇ ਮਾਰਿਆ। ਵਕੀਲਾਂ ਨੇ ਕਾਨੂੰਨ ਨੂੰ ਭੁੱਲ ਕੇ ਉੱਤੇ ਫੁੱਲ ਵਰਸਾਏ। ਫਿਰ ਉਹਦਾ ਕੇਸ ਚੱਲਿਆ ਤੇ ਜਦੋਂ ਜੱਜ ਨੇ ਸਰਕਾਰ ਦੇ ਹੁਕਮ ਦੇ ਉੱਤੇ ਔਰ ਸਬੂਤਾਂ ਨੂੰ ਵੇਖ ਕੇ ਉਹਨੂੰ ਫਾਂਸੀ ਦਾ ਹੁਕਮ ਦੇ ਦਿੱਤਾ, ਸਾਰੇ ਵਕੀਲ ਉਹਦੇ ਗਲ ਪੈ ਗਏ। ਜੱਜ ਭੱਜ ਕੇ ਆਪਣੇ ਚੈਂਬਰ ਚਲਾ ਗਿਆ, ਦਰਵਾਜ਼ਾ ਅੰਦਰੋਂ ਬੰਦ ਕੀਤਾ, ਪਿਛਲੇ ਪਾਸੇ ਗੱਡੀ 'ਚ ਨਿਕਲ ਗਿਆ। ਵਕੀਲ ਦਰਵਾਜ਼ਾ ਤੋੜ ਕੇ ਅੰਦਰ ਗਿਆ, ਜੇ ਜੱਜ ਮਿਲ ਜਾਂਦਾ ਸ਼ਾਇਦ ਉਹਨੂੰ ਮਾਰ ਦਿੰਦੇ ਜੀ। ਉਦੋਂ ਬਾਅਦ ਫਿਰ ਇਹ ਸਲਮਾਨ ਤਸੀਰ ਮਰ ਚੁੱਕਾ ਸੀ। ਇੱਕ ਹੋਰ ਮੰਤਰੀ ਨੇ ਇਸ ਗੱਲ ਦੀ ਸਪੋਰਟ ਕੀਤੀ, ਉਹ ਭੱਟੀ ਸੀਗਾ ਮੰਤਰੀ, ਉਹਦਾ ਵੀ ਕਤਲ ਕਰ ਦਿੱਤਾ ਗਿਆ। ਉਦੋਂ ਬਾਅਦ ਇੱਕ ਪਾਰਟੀ ਬਣ ਗਈ, ਜਿਹੜੀ ਪਾਰਟੀ ਹੁਣ ਤੱਕ ਚੱਲਦੀ ਪਈ ਆ। ਉਸ ਪਾਰਟੀ ਨੇ ਆਖਿਆ ਕਿ ਅਸੀਂ ਕੁਫਰ ਦਾ ਫਤਵਾ ਜਿਹਦੇ ਉੱਤੇ ਹੋਵੇ ਉਹਨਾਂ ਸਾਰਿਆਂ ਨੂੰ ਮਾਰਨ ਵਾਸਤੇ ਜੋ ਕਰਨਾ ਪਿਆ ਕਰਾਂਗੇ ਜੀ। ਆਸੀਆ ਬੀਬੀ ਦਾ ਕੇਸ ਚੱਲਦਾ ਰਿਹਾ। ਅਖੀਰ 2018 'ਚ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਇਹਨੂੰ ਛੱਡਣਾ ਚਾਹੀਦਾ। 2019 ਦੇ ਸ਼ੁਰੂ 2018 'ਚ ਜਦੋਂ ਉਹਨੂੰ ਛੱਡਣ ਲੱਗੇ, ਉਹਦੇ ਛੱਡੇ ਜਾਣ ਵੇਲੇ ਰੌਲਾ ਪੈ ਗਿਆ ਵੀ ਜੇ ਛੱਡਿਆ ਗਿਆ ਤੇ ਅਸੀਂ ਇਹ ਛੱਡਣੀ ਨਹੀਂ, ਮਾਰ ਦੇਣੀ। ਆੜਾ ਮੌਲਾਨਾ ਸਾਦ ਇਸ ਵੇਲੇ ਤਹਿਰੀਕ-ਏ ਲਬਾਇਕ ਪਾਰਟੀ ਚਲਾਉਂਦਾ ਪਿਆ। ਤਹਿਰੀਕ-ਏ ਲਬਾਇਕ ਦਾ ਮਤਲਬ ਹੁੰਦਾ ਕਿ ਅਸੀਂ ਮੁਲਕ ਹੈ। ਉਹ ਜਿਹੜੀ ਪਾਰਟੀ ਚਲਾਉਂਦਾ ਪਿਆ, ਇਹਨਾਂ ਨੇ ਸਿੱਧਾ ਸੱਦਾ ਦਿੱਤਾ ਕਿ ਜਿਵੇਂ ਸਲਮਾਨ ਤਸੀਰ ਗਵਰਨਰ ਨੂੰ ਉਹਦੇ ਗਨਮੈਨ ਨੇ ਗੋਲੀ ਮਾਰੀ ਸੀ, ਅਸੀਂ ਕਹਿੰਦੇ ਇਹਦੇ ਗਨਮੈਨ, ਇਹਦੇ ਸਿਕਿਉਰਿਟੀ ਵਾਲੇ, ਇਹਦਾ ਡਰਾਈਵਰ, ਇਹਦੇ ਘਰ ਰੋਟੀ ਪਕਾਉਣ ਵਾਲਾ ਜਿੰਨੇ ਲੋਕ ਆ ਜੀ, ਉਹਨਾਂ ਸਾਰਿਆਂ ਨੂੰ ਹੁਕਮ ਹੈ ਕਿ ਜੇ ਮਿਲੇ ਤੇ ਤੁਸੀਂ ਇਹਨੂੰ ਮਾਰ ਦਿਓ, ਕਿਉਂਕਿ ਤੇ ਕੁਫਰ ਦਾ ਫਤਵਾ। ਇਹ ਜੇਲ੍ਹ ਤੋਂ ਆਈ, ਕੁਝ ਚਿਰ ਰੱਖੀ ਗਈ। ਇਸੇ ਮੌਲਾਨਾ ਸਾਦ ਦੀ ਪਾਰਟੀ ਨੇ ਮੁਜ਼ਾਹਰੇ ਕੀਤੇ। ਪਾਕਿਸਤਾਨ ਦੀ ਇਮਰਾਨ ਖਾਨ ਦੀ ਸਰਕਾਰ ਨੇ ਸਮਝੌਤਾ ਕੀਤਾ ਕਿ ਅਸੀਂ ਇਹਨੂੰ ਛੱਡ ਦਿੱਤਾ, ਪਰ ਦੇਸ਼ ਤੋਂ ਬਾਹਰ ਨਹੀਂ ਜਾਣ ਦਿੰਦੇ। ਜਿਹੜਾ ਇਹਦਾ ਵਕੀਲ ਕੇਸ ਦੀ ਪੈਰਵੀ ਕਰਦਾ ਸੀ, ਉਹਦੇ ਮਗਰ ਪੈ ਗਏ ਜੀ। ਉਹ ਪਰਿਵਾਰ ਸਮੇਤ ਇੱਥੋਂ ਭੱਜ ਗਿਆ, ਜਾ ਕੇ ਸ਼ਾਇਦ ਅੱਜ ਕੱਲ੍ਹ ਉਹ ਫਰਾਂਸ ਵਿੱਚ ਆ, ਉੱਥੇ ਨੇ ਪਨਾਹ ਲੈ ਲਈ ਕਿ ਮੈਨੂੰ ਮਾਰ ਦੇਣਗੇ। ਫਿਰ ਜਦੋਂ ਇਹਨੂੰ ਸੁਪਰੀਮ ਕੋਰਟ ਨੇ ਛੱਡਿਆ, ਚੁੱਪ ਚਪੀਤੇ ਇੱਥੋਂ ਚਾਰਟਰਡ ਜਹਾਜ਼ ਦੇ ਉੱਤੇ ਇਹ ਚਲੀ ਗਈ ਅੱਜ ਕੱਲ੍ਹ ਕੈਨੇਡਾ ਵਿੱਚ ਆਪਣੇ ਪਰਿਵਾਰ ਦੇ ਨਾਲ ਜੀ। ਪਰ ਉਹਨੇ ਬਹੁਤ ਕਸ਼ਟ ਝੱਲਿਆ। ਹੁਣ ਉਸ ਬੀਬੀ ਦੇ ਉੱਤੇ ਕੁਫਰ ਦਾ ਫਤਵਾ ਸੀ, ਬਹੁਤ ਕਸ਼ਟ ਝੱਲਿਆ। ਇਸ ਵੇਲੇ ਇਹੋ ਪਾਰਟੀ ਫਿਰ ਇਹਨਾਂ ਹੀ ਮੁੱਦਿਆਂ ਨੂੰ ਲੈ ਕੇ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ ਲੜਦੀ ਪਈ ਜੀ। ਇਮਰਾਨ ਖਾਨ ਹੋਵੇ, ਨਵਾਜ਼ ਸ਼ਰੀਫ ਹੋਵੇ, ਆਸਿਫ ਅਲੀ ਜ਼ਰਦਾਰੀ ਹੋਵੇ, ਜਨਰਲ ਪਰਵੇਜ਼ ਮੁਸ਼ੱਰਫ ਹੋਵੇ, ਬੇਨਜ਼ੀਰ ਭੁੱਟੋ ਹੋਵੇ, ਇਹ ਸਾਰੇ ਪਹਿਲਾਂ ਆਪ ਕੱਟੜਪੰਥੀਆਂ ਨੂੰ ਚੁੱਕਦੇ ਆ, ਪ੍ਰੇਰਦੇ ਆ, ਪਤਿਆਉਂਦੇ ਆ, ਪਲੋਸਦੇ ਆ। ਜਦੋਂ ਕੱਟੜਪੰਥੀ ਭਾਰੂ ਹੋ ਜਾਂਦੇ ਆ, ਫਿਰ ਉਹਨਾਂ ਨੂੰ ਰੋਕਣ ਦਾ ਯਤਨ ਕਰਦੇ ਆ ਤੇ ਰੁਕਦੇ ਨਹੀਂ ਜੀ। ਇਹਦੇ ਤੋਂ ਬਾਕੀ ਸਾਰੇ ਦੇਸ਼ਾਂ ਨੂੰ, ਸਾਡੇ ਦੇਸ਼ ਨੂੰ ਵੀ ਜਿੱਥੇ ਜਿੱਥੇ ਕਦੇ ਕੱਟੜਪੰਥੀ ਪ੍ਰਮੋਟ ਕੀਤੇ ਜਾ ਰਹੇ ਆ, ਪਧਰਾਏ ਜਾ ਰਹੇ ਆ, ਉਹਨਾਂ ਸਾਰਿਆਂ ਨੂੰ ਸਿੱਖਣਾ ਚਾਹੀਦਾ। ਅਸੀਂ ਉਸ ਕਹਾਣੀ 'ਚ ਨਾ ਪੈਂਦੇ ਹੋਏ ਇਹ ਵੇਖੀਏ ਕਿ ਸਾਡਾ ਜਥਾ ਜਿਸ ਦਿਨ ਇੱਥੋਂ ਜਾਣਾ ਸੀ, ਤਿਆਰੀਆਂ ਪੂਰੀਆਂ ਸਨ। ਵਾਹਗਾ ਬਾਰਡਰ ਲੰਘਣ ਤੱਕ ਪਾਕਿਸਤਾਨੀ ਪੰਜਾਬ ਦੇ ਹਾਲਾਤ ਖਰਾਬ ਹੋ ਗਏ। ਇੱਕ ਪੂਰਾ ਦਿਨ ਤਾਂ ਜਥੇ ਨੂੰ ਬਾਰਡਰ ਟੱਪ ਕੇ, ਅਟਾਰੀ ਤੋਂ ਟੱਪ ਗਿਆ ਵਾਹਗੇ ਵਾਲੇ ਪਾਸੇ, ਪਾਕਿਸਤਾਨ ਵਾਲੇ ਪਾਸੇ ਜੀ, ਸਾਰਾ ਦਿਨ ਬੱਸਾਂ 'ਚ ਰੱਖਿਆ ਗਿਆ। ਬਿਲਕੁਲ ਬੜੇ ਔਖੇ ਰਹੇ। ਰਾਤ ਨੂੰ ਚੋਰੀ ਚੋਰੀ ਬਹੁਤ ਵੱਡੇ ਸਿਕਿਉਰਿਟੀ ਪਹਿਰੇ 'ਚ ਉਹਨਾਂ ਨੂੰ ਲਾਹੌਰ ਦੇ ਕੇ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ। ਫਿਰ ਉੱਥੋਂ ਅੱਗੇ ਉਹਨਾਂ ਨੂੰ ਪੰਜਾ ਸਾਹਿਬ ਇਸੇ ਤਰ੍ਹਾਂ ਚੋਰੀ ਚੋਰੀ ਪਹੁੰਚਾਇਆ ਗਿਆ। ਉੱਥੇ ਹੁਣ ਉਹ ਸ਼ਰਧਾਲੂ ਸ਼ਰਧਾ ਨਾਲ ਮੱਥਾ ਵੀ ਟੇਕਦੇ ਆ, ਪਾਠ ਵੀ ਕਰਦੇ ਆ, ਪਰ ਫਸੇ ਬਹੁਤ ਕਸੂਤੇ ਆ। ਡਰ ਵੀ ਆ। ਜੇ ਬਾਹਰ ਗਲੀ ਵਿੱਚ ਵੀ ਨਿਕਲਣ, ਪਤਾ ਨਹੀਂ ਘੜੀ ਕੁ ਨੂੰ ਹੋਊਗਾ ਕੀ। ਜੀ। ਪਾਕਿਸਤਾਨ ਵਿਚਲੇ ਸਿੱਖਾਂ ਨੂੰ ਉੱਥੇ ਮੱਥਾ ਟੇਕਣ ਆਉਣ ਨਹੀਂ ਦਿੱਤਾ ਗਿਆ, ਉਹਨਾਂ 'ਤੇ ਪਾਬੰਦੀ ਲਾਤੀ ਗਈ ਹੈ। ਜਿਹੜੇ ਇੱਥੋਂ ਗਏ ਉੱਥੇ ਫਸ ਗਏ ਆ। ਜਿਹੜੀ ਭਾਰਤ ਸਰਕਾਰ ਨੂੰ ਲਗਾਤਾਰ ਭੰਡਿਆ ਜਾ ਰਿਹਾ ਸੀ, ਇਹ ਕੀ ਕਰਦੀ, ਆਹ ਨਹੀਂ ਕਰਦੀ, ਜਥਾ ਨਹੀਂ ਜਾਣ ਦਿੰਦੀ, ਹੁਣ ਉਹਨੂੰ ਆਖਿਆ ਜਾ ਰਿਹਾ ਕਿ ਉਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਕਰ। ਜੀ। ਸਾਡੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹਦੀਆਂ ਬਹੁਤ ਸਾਰੀਆਂ ਗੱਲਾਂ ਦੀ ਅਸੀਂ ਵੀ ਨੁਕਤਾਚੀਨੀ ਕਰਦੇ, ਮੇਰੇ ਵਰਗੇ ਵੀ ਨੁਕਤਾਚੀਨੀ ਕਰਦੇ, ਪਰ ਅੱਜ ਉਹਨੇ ਆਪਣਾ ਫਰਜ਼ ਨਿਭਾਇਆ ਜੀ। ਉਹਨੇ ਆਖਿਆ ਸਿੱਖ ਜਥਾ ਜਿਹੜਾ ਗਿਆ, ਸਾਰਾ ਕੋਲ ਇੰਡੀਅਨ ਪਾਸਪੋਰਟ ਨੇ, ਸਾਡੇ ਉਹ ਭਾਰਤੀ ਲੋਕ ਨੇ, ਬਿਲਕੁਲ ਉਹਨਾਂ ਨੂੰ ਸਹੀ ਸਲਾਮਤ ਸੁਰੱਖਿਅਤ ਬਚਾ ਕੇ ਆਪਣੀ ਧਰਤੀ ਤੇ ਆਪਣੇ ਦੇਸ਼ ਵਿੱਚ ਲਿਆਉਣਾ ਸਾਡੀ ਸਰਕਾਰ ਦਾ ਫਰਜ਼ ਹੈ ਤੇ ਅਸੀਂ ਇਹ ਨਿਭਾਵਾਂਗੇ।
ਦੂਸਰੇ ਪਾਸੋਂ ਪਾਕਿਸਤਾਨ ਦੀ ਸਰਕਾਰ ਕਹਿੰਦੀ ਤੇ ਹੈ ਕਿ ਸਿੱਖਾਂ ਦੇ ਜਥੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਜੀ ਉਹਨਾਂ ਦੀ ਸਾਨੂੰ ਚਿੰਤਾ ਬੜੀ ਹੈ, ਅਸੀਂ ਬਹੁਤ ਫਿਕਰ ਕਰਦੇ ਪਏ, ਸਿਕਿਉਰਿਟੀ ਲਾਈ ਹੈ। ਪਰ ਜਿੱਥੇ ਇਹੋ ਜਿਹੇ ਹਾਲਾਤ ਬਣੇ ਹੋਣ, ਸਿੱਧੇ ਤੌਰ ਤੇ ਸਰਕਾਰ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹੋਣ, ਜੀ ਉੱਥੇ ਸੁਰੱਖਿਆ ਵਗੈਰੇ ਬਾਰੇ ਚਿੰਤਾ ਤਾਂ ਰਹਿੰਦੀ ਹੈ। ਹਾਲਾਤ ਪਾਕਿਸਤਾਨ ਦੇ ਵਿਗੜੇ ਆ, ਪਰ ਸਾਨੂੰ ਸਭ ਤੋਂ ਵੱਧ ਚਿੰਤਾ ਸਾਡੇ ਆਪਣਿਆਂ ਦੀ ਹੈ, ਜਿਹੜੇ ਸ਼ਰਧਾ ਨਾਲ ਗੁਰੂ ਘਰ ਵਿਸਾਖੀ ਮਨਾਉਣ ਗਏ ਸੀ, ਉੱਥੇ ਇਸ ਵੇਲੇ ਫਸੇ ਬੈਠੇ ਆ। ਜੀ ਆਓ ਉਹਨਾਂ ਦੀ ਸੁੱਖ ਮੰਗੀ। ਬਿਲਕੁਲ। ਪੰਜ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਕਈ ਉਮੀਦਵਾਰ ਉਹਨਾਂ ਨੇ ਐਲਾਨ ਦਿੱਤੇ ਹੈ, ਕਈਆਂ ਵਿੱਚ ਖੁਸ਼ੀ ਹੈ ਤੇ ਕਈਆਂ ਦੇ ਵਿੱਚ ਗਮ ਵੀ ਹੋ ਸਕਦਾ ਹੋਵੇ। ਦੂਸਰੇ ਪਾਸੇ ਹੁਣ ਪਾਰਟੀ ਵਿੱਚ ਰੌਲਾ ਰੱਪਾ ਵੀ ਸ਼ੁਰੂ ਹੋ ਗਿਆ। ਇਹਦਾ ਕੀ ਕਾਰਨ ਆ? ਦੇਖੋ, ਸਾਰੀਆਂ ਪਾਰਟੀਆਂ ਦੇ ਵਿੱਚ ਇੱਕ ਤਰੀਕਾ ਹੁੰਦਾ ਕਿ ਉਮੀਦਵਾਰ ਕਿਹੜੇ ਖੜੇ ਕਰਨੇ ਆ। ਜੀ ਇਹਦੇ ਬਾਰੇ ਇੱਕ ਚੋਣ ਕਮੇਟੀ ਬਣਾਈ ਜਾਂਦੀ ਹੈ। ਬਿਲਕੁਲ। ਉਹ ਵਿਚਾਰਾਂ ਕਰਦੀ, ਕੁਝ ਨਾਂ ਤਜਵੀਜ਼ ਕਰਦੀ ਆ, ਦਲਿਓਂ ਹਲਕਿਆਂ ਦੇ ਵਿੱਚੋਂ ਵੀ ਨਾਮ ਮੰਗੇ ਜਾਂਦੇ ਆ। ਫਿਰ ਉੱਤੇ ਪਾਰਟੀ ਦੀ ਉੱਚ ਤਾਕਤੀ ਕਮੇਟੀ ਮੋਹਰ ਲਾਉਂਦੀ ਹੈ ਵੀ ਤੁਸੀਂ ਦੱਸ ਦਿਓ ਜੀ ਕਿਹਨੂੰ ਖੜੇ ਕਰਨਾ। ਜੀ ਇੱਥੇ ਨਵਾਂ ਹੀ ਕੰਮ ਚੱਲ ਪਿਆ। ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਜਲਾਲਾਬਾਦ ਹਲਕਾ ਛੱਡਿਆ ਤੇ ਲੰਬੀ ਜਾ ਕੇ ਬਹਿ ਗਿਆ ਕਿ ਬਾਪੂ ਵਾਲੀ ਸੀਟ ਤੋਂ ਮੈਂ ਲੜੂੰਗਾ, ਉਹ ਜ਼ਿਆਦਾ ਸੇਫ ਆ, ਜਲਾਲਾਬਾਦ ਔਖਾ। ਬਾਕੀ ਅਕਾਲੀ ਲੀਡਰਾਂ ਨੇ ਆਖਿਆ ਤੂੰ ਸਾਡੀ ਇਲੈਕਸ਼ਨ ਦਾ ਹੁਣੇ ਪੱਠਾ ਬਿਠਾਉਣ ਲੱਗਾ, ਤੂੰ ਇੱਥੇ ਆ ਗਿਆ, ਬਾਕੀ ਸਾਰੇ ਕਹਿਣਗੇ ਭੱਜ ਗਿਆ ਜਲਾਲਾਬਾਦ ਤੋਂ। ਜੀ ਫਿਰ ਕਾਹਲੀ 'ਚ ਉੱਥੇ ਰੈਲੀ ਰੱਖ ਕੇ 24 ਘੰਟਿਆਂ ਦੇ ਅੰਦਰ ਜਾ ਕੇ ਐਲਾਨ ਕਰਤਾ ਮੈਂ ਜਲਾਲਾਬਾਦ ਤੋਂ ਚੋਣ ਲੜੂੰਗਾ। ਅਗਲੇ ਦਿਨ ਜਾ ਕੇ ਤੇ ਖੇਮਕਰਨ ਹਲਕੇ 'ਚ ਐਲਾਨ ਕਰਤਾ ਵਿਰਸਾ ਸੋਬਲਟੋਆ ਚੋਣ ਲੜੇਗਾ। ਜੀ ਇੱਥੋਂ ਸ਼ੁਰੂਆਤ ਕਰ ਲਈ। ਫਿਰ ਮੁੜ ਕੇ ਬਿਮਾਰ ਹੋ ਕੇ ਬਹਿ ਗਿਆ, ਮੈਦਾਂਤਾ ਹਸਪਤਾਲ ਚਲਾ ਗਿਆ। ਮੈਦਾਂਤਾ ਹਸਪਤਾਲ ਕਹਿੰਦੇ ਸੀ ਕਰੋਨਾ ਪੋਜ਼ੀਟਿਵ ਹੋ ਗਿਆ, ਸਾਨੂੰ ਤੇ ਪਤਾ ਨਹੀਂ ਕੀ ਹੋਇਆ ਕੀ ਨਹੀਂ। ਪਰ ਜਦੋਂ ਨਿਕਲ ਗਿਆ, ਨਿਕਲਦੇ ਸਾਰ ਸਿੱਧਾ ਅਜਨਾਲੇ ਗਿਆ ਤੇ ਜਾ ਕੇ ਅਮਰਪਾਲ ਸਿੰਘ ਬੋਨੀ ਦਾ ਨਾਂ ਐਲਾਨ ਕਰਤਾ, ਜਿਹੜਾ ਪਹਿਲਾਂ ਬ੍ਰਹਮਪੁਰੇ ਹੋਰਾਂ ਨਾਲ ਚਲਾ ਗਿਆ ਸੀ ਅਕਾਲੀ ਦਲ ਟਕਸਾਲੀ 'ਚ। ਇੱਥੋਂ ਉੱਠਿਆ ਅਟਾਰੀ ਦੇ ਜਾ ਕੇ ਗੁਲਜ਼ਾਰ ਸਿੰਘ ਰਣੀਕੇ ਦਾ ਨਾਂ ਐਲਾਨ ਕਰਤਾ। ਫਿਰ ਗਿਆ ਚੰਡੀਗੜ੍ਹ ਲਾਗੇ ਜ਼ੀਰਕਪੁਰ ਵਿੱਚ ਰੈਲੀ ਕਰਕੇ ਅਨਿਕ ਸ਼ਰਮੇ ਦਾ ਐਲਾਨ ਕਰਤਾ। ਇਹਨਾਂ 'ਚੋਂ ਕਿਸੇ ਇੱਕ ਵੀ, ਹੁਣ ਪਰਸੋਂ ਦੀ ਗੱਲ ਹੈ, ਜਿਹੜਾ ਪਹਿਲਾਂ ਫਿਰੋਜ਼ਪੁਰ ਕੈਂਟ ਤੋਂ ਜਿੱਤਦਾ ਰਿਹਾ, ਫਿਰ ਬਠਿੰਡੇ ਦੇ ਮਾਡਲ ਕਿਤੋਂ ਜਿੱਤਿਆ ਸੀ ਜਨਮੇਜਾ ਸਿੰਘ ਸੇਖੋਂ, ਪਿਛਲੀ ਵਾਰੀ ਹਾਰ ਗਿਆ ਸੀ, ਉਹਨੂੰ ਹੁਣ ਜੀਰੇ ਤੋਂ ਐਲਾਨ ਕਰਤਾ ਤੇ ਜੀਰੇ ਦੇ ਅਕਾਲੀ ਨਾਰਾਜ਼ ਹੋ ਗਏ। ਇਹ ਹੁਣ ਸਾਰੇ ਪੁੱਛਦੇ ਆ, ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ, ਕੋਈ ਤਾਂ ਇਹਦੇ ਤੋਂ ਵੀ 20-20 ਸਾਲ ਪਹਿਲਾਂ ਦੇ ਅਕਾਲੀ ਦਲ 'ਚ ਨੇ, ਉਹ ਸਾਰੇ ਪੁੱਛਦੇ ਆ ਕਿ ਕੀ ਇੱਕ ਬੰਦੇ ਦੀ ਮਰਜ਼ੀ ਮੁਤਾਬਕ ਹੀ ਪਾਰਟੀ ਚੱਲਣੀ ਹੈ? ਪੁਆੜੇ ਤਾਂ ਅੱਗੇ ਵੀ ਇਸੇ ਕਰਕੇ ਪਏ। ਸੱਚੇ ਸੌਦੇ ਦਾ ਫੈਸਲਾ ਇੱਕ ਬੰਦੇ ਵਾਲਾ ਫੈਸਲਾ ਸੀ, ਮਾਫੀ ਦੇਣੀ ਹੈ ਤੇ ਰੱਦ ਕਰਨ ਦੇ ਵੇਲੇ ਸਾਰੀ ਪਾਰਟੀ ਦੇ ਦਬਾਅ ਹੇਠ ਕੀਤਾ ਸੀ। ਉਦੋਂ ਬਾਅਦ ਜਿੰਨੀਆਂ ਵੀ ਘਟਨਾਵਾਂ ਹੋਈਆਂ ਸਾਰੀਆਂ ਇੱਕ ਬੰਦੇ ਦੀ ਮਰਜ਼ੀ ਮੁਤਾਬਕ ਚੱਲਦੀਆਂ ਰਹੀਆਂ। ਹੁਣ ਕੈਂਡੀਡੇਟਾਂ ਦੇ ਨਾਂ ਅਨਾਉਂਸ ਕਰਨੇ ਸੀ। ਪਾਰਟੀ ਦੀ ਵੱਡੀ ਨਹੀਂ, ਛੋਟੀ ਨਹੀਂ, ਉਦੋਂ ਛੋਟੀ ਕੋਈ 5 ਬੰਦਿਆਂ ਦੀ ਕਮੇਟੀ ਦੇ ਵਿੱਚ ਵਿਚਾਰ ਕਰ ਲੈਂਦੇ, ਨਾਲ ਦੇ ਲੀਡਰਾਂ ਨਾਲ ਸਲਾਹ ਕਰ ਲੈਂਦੇ। ਕਿਸੇ ਨੂੰ ਪੁੱਛਿਆ ਨਹੀਂ ਜਾਂਦਾ, ਕਿਸੇ ਨੂੰ ਦੱਸਿਆ ਨਹੀਂ। ਪੁੱਛਣਾ ਤੇ ਇੱਕ ਪਾਸੇ ਰਿਹਾ, ਕਰਕੇ ਵੀ ਦੱਸਿਆ ਨਹੀਂ ਜਾਂਦਾ। ਉਹ ਸਾਰੇ ਦੇ ਸਾਰੇ ਸਮਝਦੇ ਕਿ ਅਸੀਂ ਕੋਈ ਪੇਪਰ ਵੇਟ ਥੋੜ੍ਹੇ ਇਸ ਪਾਰਟੀ 'ਚ, ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਜਾਂਦੀ। ਉਹ ਸਾਰੇ ਇਸ ਗੱਲ 'ਤੇ ਨਾਰਾਜ਼ਗੀ ਵਿਖਾ ਰਹੇ ਆ ਕਿ ਸਾਨੂੰ ਕਿਹੋ ਜਿਹੀ ਸਥਿਤੀ 'ਚ ਇਹਨੇ ਫਸਾਤਾ ਕਿ ਇਕੱਲਾ ਬੰਦਾ ਜਿੱਥੇ ਮਰਜ਼ੀ ਜਾ ਕੇ ਐਲਾਨ ਕਰ ਦਿੰਦਾ। ਮੁਆਫ ਕਰਨਾ, ਇਹ ਗੱਲ ਹੁਣ ਹੌਲੀ ਉਹਨਾਂ ਅਖਬਾਰਾਂ ਵਿੱਚ ਵੀ ਵੱਡੀਆਂ ਖਬਰਾਂ ਤੇ ਡਿਸਪੈਚਾਂ ਦੇ ਰੂਪ ਵਿੱਚ ਛਪਣ ਲੱਗ ਪਈ ਆ, ਜਿਹੜੀਆਂ ਅਖਬਾਰਾਂ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਖਿਲਾਫ ਨਹੀਂ, ਜਿਹੜੀਆਂ ਹੁਣ ਤੱਕ ਲਗਾਤਾਰ ਉਹਨਾਂ ਨੂੰ ਔਖੇ ਹਾਲਾਤ ਦੇ ਵਿੱਚ ਵੀ ਸਪੋਰਟ ਕਰਦੀਆਂ ਰਹੀਆਂ। ਜਦੋਂ ਉਹਨਾਂ ਅਖਬਾਰਾਂ ਵਿੱਚ ਵੀ ਇਹ ਰਿਪੋਰਟਾਂ ਛਪਦੀਆਂ ਨੇ ਤੇ ਇਹਦਾ ਮਤਲਬ ਸਾਫ਼ ਹੈ ਕਿ ਅਕਾਲੀ ਸਭਾ 'ਚ ਬਾਦਲ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਕੋਰ ਕਮੇਟੀ ਦੇ ਮੈਂਬਰ ਤੇ ਦੂਜੇ ਤੀਜੇ ਉਹ ਸਾਰੇ ਸਮਝਦੇ ਆ ਕਿ ਸਾਡੀ ਫਿਰ ਕੋਈ ਪੁੱਛਗਿੱਛ ਹੀ ਨਹੀਂ, ਕੋਈ ਬੁੱਕਤ ਹੀ ਨਹੀਂ। ਇੱਕ ਬੰਦਾ ਆਪਣੀ ਮਰਜ਼ੀ ਨਾਲ ਸਭ ਕੁਝ ਕਰੀ ਜਾਂਦਾ। ਅਜੇ ਪ੍ਰਕਾਸ਼ ਸਿੰਘ ਬਾਦਲ ਬਾਪੂ ਸੀ ਸਾਰੇ ਮੰਨਿਆ ਜਾਂਦਾ ਸੀ, ਉਹ 90 ਸਾਲ ਤੋਂ ਵੱਧ ਉਮਰ ਸੀ। ਉਹਦੀ ਉਮਰ ਦਾ ਵੀ ਤਕਾਜ਼ਾ, 5 ਵਾਰੀਆਂ ਦਾ ਮੁੱਖ ਮੰਤਰੀ ਹੋਣਾ, 11-12 ਵਾਰੀਆਂ ਦਾ MLA ਹੋਣਾ, ਉਹ ਕੋਈ ਮਾਨੇ ਰਖਾਉਂਦਾ ਸੀ। ਉਹਦਾ ਕੋਈ ਇਹੋ ਜਿਹਾ ਸਟੇਚਰ ਸੀ, ਉਹਦਾ ਇੱਕ ਕੱਦ ਬਹੁਤ ਸੀ ਸਿਆਸਤ ਦੇ ਵਿੱਚ ਕਿ ਉਹ ਕੁਝ ਕਰ ਵੀ ਦੇਵੇ ਤੇ ਬਾਕੀ ਦੇ ਮੰਨ ਲੈਂਦੇ ਸੀ। ਪਰ ਇਹ ਬਾਕੀ ਸਾਰਿਆਂ ਤੋਂ ਪਿੱਛੋਂ ਆ ਕੇ ਤੇ ਅੱਗੇ ਹੋ ਕੇ ਇਸ ਵੇਲੇ ਸਾਰੀ ਪਾਰਟੀ ਨੂੰ ਟਿੱਚ ਜਾਣ ਲੱਗ ਪਵੇ ਔਰ ਸਿੱਧਾ ਇਕੱਲਾ ਬੰਦੇ ਐਲਾਨ ਕਰੀ ਜਾਵੇ ਜਿਸ ਤਰ੍ਹਾਂ ਮੈਂ ਸਭ ਕੁਝ ਮੈਂ ਹੀ ਹਾਂ। ਉਹਦੇ ਉੱਤੇ ਅਕਾਲੀ ਪਾਰਟੀ 'ਚ ਇਸ ਵੇਲੇ ਕਾਫੀ ਰੰਝ ਹੈ। ਪਰਸੋਂ ਕੱਲ੍ਹ ਤੇ ਅੱਜ ਦੇ ਅਖਬਾਰਾਂ 'ਚ ਜਿਹੜੀਆਂ ਰਿਪੋਰਟਾਂ ਅਕਾਲੀ ਲੀਡਰਾਂ ਦੀਆਂ ਛਪੀਆਂ ਨੇ ਕਿ ਕਿੰਨੇ ਇਸ ਗੱਲ 'ਤੇ ਨਾਰਾਜ਼ ਨੇ, ਉਹ ਦੱਸਦੀਆਂ ਨੇ ਕਿ ਪਾਰਟੀ 'ਚ ਸਭ ਅੱਛਾ ਨਹੀਂ। ਹੁਣ ਸਭ ਇੱਕ ਸਵਾਲ ਹੋ ਰਿਹਾ, ਵੱਡੇ ਬਾਦਲ ਸਾਹਿਬ ਫਿਰ ਇਸ ਮਾਮਲੇ 'ਤੇ ਚੁੱਪ ਕਿਉਂ ਆ? ਉਹ ਕਿਸ ਸੰਕੇਤ ਕੀ ਦਿੰਦੇ ਆ? ਉਹ ਤਾਂ ਪਿਛਲੇ ਸਾਲ ਵੀ ਚੁੱਪ ਸੀ, ਬਲਕਿ ਜਦੋਂ ਉਹਨਾਂ ਤੋਂ ਫੇਸਬੁੱਕ ਦੇ ਉੱਤੇ ਜਾ ਕੇ ਮੋਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਦੀ ਸਪੋਰਟ ਵਿੱਚ ਬਿਆਨ ਦਵਾਇਆ ਗਿਆ ਵੀਡੀਓ ਪਾਈ ਸੀ, ਤੇ ਬਾਅਦ ਵਿੱਚ ਟੱਬਰ ਦੇ ਇੱਕ ਜੀ ਨੇ ਕਹਿ ਵੀ ਦਿੱਤਾ ਕਿ ਪਾਪਾ ਤਾਂ ਮੰਨਦੇ ਨਹੀਂ ਸੀ ਇਹ ਬਿਆਨ ਮੈਂ ਦਵਾਇਆ, ਉਦੋਂ ਵੀ ਲੋਕ ਸਮਝਦੇ ਸੀ ਬਾਦਲ ਸਾਹਿਬ ਚੁੱਪ ਹੈ। ਹੁਣ ਚੁੱਪ ਇਸ ਕਰਕੇ ਕਿ ਪੇਸ਼ ਨਹੀਂ ਜਾਂਦੀ ਪਈ। ਜੇ ਪੇਸ਼ ਜਾਂਦੀ ਹੋਵੇ ਤੇ ਹੁਣ ਨੂੰ ਬਿਠਾ ਕੇ ਕਹਿ ਸਕਦੇ ਆ
ਕਾਕਾ ਜੀ ਇਦਾਂ ਨਹੀਂ ਕਰੀਦਾ। ਜੀ ਪੰਜਾਬ ਵਿੱਚ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਪਤਾ ਇਹ ਵੀ ਲੱਗਾ ਇਸ ਵਾਰ ਫਸਲ ਦਾ ਝਾੜ ਘੱਟ ਆ ਰਿਹਾ। ਕਿਸਾਨਾਂ ਤੇ ਇੱਕ ਹੋਰ ਸਮੱਸਿਆ ਪੈ ਰਹੀ ਹੈ, ਉਹ ਇਸ ਕਰਕੇ ਲੱਗਦਾ ਕਿਉਂਕਿ ਪਤਾ ਇਹ ਵੀ ਲੱਗਾ ਕਿ 2500 ਕਰੋੜ ਦਾ ਘਾਟਾ ਪੈ ਸਕਦਾ ਹੈ। ਸਾਰਾ ਕੁਝ ਪੰਨੂ ਸਾਹਿਬ ਕਿਵੇਂ ਦੇਖਦੇ ਹੋ, ਕਿਉਂਕਿ ਕਈ ਥਾਵਾਂ ਤੇ ਇਹ ਵੀ ਅਜੇ ਤੱਕ ਕਣਕ ਦੀ ਖਰੀਦ ਸ਼ੁਰੂ ਵੀ ਨਹੀਂ ਹੋਈ। ਦੇਖੋ ਕਣਕ ਦਾ ਝਾੜ ਇਸ ਵਾਰੀ ਘੱਟ, ਇਹ ਗੱਲ ਠੀਕ ਜੀ। ਝਾੜ ਘੱਟ ਹੋਣਾ ਇਹ ਤਾਂ ਮੌਸਮ ਦੀ ਮਾਰ ਹੈ, ਕੁਦਰਤੀ ਕਰੋਪੀ ਹੈ, ਬਿਲਕੁਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ। ਦੂਸਰੀ ਗੱਲ ਇਹ ਆ ਕਿ ਜਿੰਨੀ ਕੁ ਫਸਲ ਉਹ ਲੈ ਕੇ ਆ ਗਏ ਮੰਡੀਆਂ 'ਚ, ਉਹਨਾਂ 'ਚੋਂ ਕਿਸੇ ਮੰਡੀ 'ਚੋਂ ਇਹ ਰਿਪੋਰਟ ਮਿਲਦੀ ਹੈ ਕਿ ਆਉਂਦੇ ਸਾਰ ਬੋਲੀ ਹੋ ਰਹੀ ਹੈ, ਪਰ ਕਿਸੇ 'ਚੋਂ ਇਹ ਰਿਪੋਰਟ ਮਿਲਦੀ ਹੈ ਕਿ 2 ਦਿਨ ਹੋ ਗਏ ਬੋਲੀ ਨਹੀਂ ਹੋ ਰਹੀ ਜੀ। ਕਿਸੇ ਮੰਡੀ 'ਚ ਜਿਹਦੇ ਉੱਤੇ ਕਿਸੇ ਮੰਤਰੀ ਦੀ ਮਿਹਰ ਹੈ, ਉੱਥੇ ਪਤਾ ਲੱਗਦਾ ਕਿ ਬਾਰਦਾਨਾ ਪੂਰਾ, ਯਾਨੀ ਬੋਰੀਆਂ ਪੂਰੀਆਂ ਨੇ ਖਰੀਦ ਹੋਈ, ਉਸੇ ਵੇਲੇ ਭਰੀ ਗਈ ਜੀ। ਪਰ ਕੁਝ ਮੰਡੀਆਂ ਇਹੋ ਜਿਹੀਆਂ ਜਿੱਥੇ ਪਹਿਲਾਂ ਤਾਂ ਫਸਲ ਹੀ ਜਿਹੜੀ ਆ ਉਹ 10% ਘੱਟ ਹੋਈ ਹੈ। ਬਿਲਕੁਲ। ਤੇ ਹੁਣ ਇਹ ਹੈ ਕਿ ਜੇ ਉੱਥੇ 5000 ਬੋਰੀ ਖਰੀਦੀ ਜਾਵੇ ਤੇ 2000 ਬੋਰੀਆਂ ਆਉਣ ਬਾਰਦਾਨਾ ਤੇ ਬਾਕੀ 3000 ਬੋਰੀਆਂ ਢੇਰੀਆਂ ਪਈਆਂ ਰਹਿਣ, ਤੇ ਕੰਮ ਕਿੱਦਾਂ ਚੱਲੇਗਾ? ਮੰਤਰੀ ਸਾਹਿਬ ਕਹਿੰਦੇ ਆ ਕਿ ਇੱਥੇ ਬਾਰਦਾਨੇ ਦੀ ਕੋਈ ਕਮੀ ਨਹੀਂ ਜੀ। ਇਹ ਤਾਂ ਜਿਵੇਂ ਸਿਆਸੀ ਪੱਖ ਤੋਂ ਪ੍ਰਚਾਰ ਕੀਤਾ ਜਾ ਰਿਹਾ, ਅਸੀਂ ਤਾਂ ਕਦੇ ਕਮੀ ਰਹਿਣ ਨਹੀਂ ਦਿੱਤੀ। ਜਾਂ ਤਾਂ ਮੰਤਰੀ ਸਾਹਿਬ ਨੂੰ ਹੇਠਲੇ ਅਫਸਰ ਦੱਸਦੇ ਨਹੀਂ, ਜਾਂ ਮੰਤਰੀ ਸਾਹਿਬ ਸੁਣ ਕੇ ਵੀ ਮੰਨਣਾ ਨਹੀਂ ਚਾਹੁੰਦੇ ਜੀ। ਗੱਲ ਤਾਂ ਕੋਈ ਨਾ ਕੁਝ ਹੈਗੀ ਆ। ਸੱਚੀ ਗੱਲ ਇਹ ਹੈ ਕਿ ਪੰਜਾਬ ਦੀਆਂ ਮੰਡੀਆਂ 'ਚ ਇਸ ਵੇਲੇ ਕਿਸਾਨ ਕਾਫੀ ਖੱਜਲ ਹੋ ਰਹੇ ਜੀ। ਜਿਹੜੇ ਸੰਬੰਧਿਤ ਮਹਿਕਮਿਆਂ ਦੇ ਅਫਸਰ ਆ ਉਹ ਉੱਪਰ ਜੀ ਹਜ਼ੂਰੀ ਕਰਨ ਨੂੰ ਤਗੜੇ, ਉਹ 'ਚ ਕੋਈ ਕਸਰ ਨਹੀਂ ਛੱਡਦੇ, ਪਰ ਥੱਲੇ ਮੰਡੀਆਂ 'ਚ ਜਾਓ, ਆੜ੍ਹਤੀਏ ਵੀ ਤੇ ਕਿਸਾਨ ਵੀ ਉਹ ਸਾਰੇ ਦੇ ਸਾਰੇ ਇਹ ਗੱਲਾਂ ਕਰਦੇ ਆ ਕਿ ਨਾ ਤਾਂ ਬਾਰਦਾਨਾ ਪੂਰਾ ਪਹੁੰਚ ਰਿਹਾ ਜੀ, ਨਾ ਖਰੀਦ ਵੇਲੇ ਸਿਰ ਹੋ ਰਹੀ ਹੈ। ਅਜੇ ਪੈਸਿਆਂ ਦੀਆਂ ਪੇਮੈਂਟਾਂ ਜਿਹੜੀਆਂ ਉਹਨਾਂ ਦੇ ਮਾਮਲੇ 'ਚ ਮੇਰੇ ਕੋਲ ਪੂਰੀ ਰਿਪੋਰਟ ਨਹੀਂ। ਰਹਿ ਗਈ ਗੱਲ ਚੈੱਕਾਂ ਦੀ, ਕਿਉਂਕਿ ਕੇਂਦਰ ਸਰਕਾਰ ਨੇ ਕਹਿ ਤਾ ਸਿੱਧੀ ਪੇਮੈਂਟ ਕਰਨੀ ਹੈ ਜੀ। ਆੜ੍ਹਤੀਆਂ ਨੂੰ ਇਹ ਹੈ ਕਿ ਜੇ ਸਿੱਧੀ ਪੇਮੈਂਟ ਹੋ ਗਈ ਤੇ ਕੁਝ ਕਿਸਾਨ ਤਾਂ ਇਹੋ ਜਿਹੇ ਭਰੋਸੇ ਵਾਲੇ ਆ ਕਿ ਉਹਨਾਂ ਨੇ ਸਾਡੇ ਪੈਸੇ ਮੋੜ ਦੇਣੇ, ਤੇ ਕੁਝ ਇਹੋ ਜਿਹੇ ਆ ਜਿਨ੍ਹਾਂ ਨੇ ਮੁੜ ਕੇ ਮੋੜਨੇ ਨਹੀਂ, ਉਹਨਾਂ ਤੋਂ ਬਲੈਂਕ ਚੈੱਕ ਲੈਣ ਲੱਗ ਪਿਆ ਕਿ ਦਸਤਖਤ ਕਰ ਦੇ। ਇਹ ਵੀ ਚਰਚਾ ਜੀ। ਇਹ ਜਿਹੜੇ ਬਲੈਂਕ ਚੈੱਕ ਹੈ ਤੇਰੇ, ਜੇ ਸਾਨੂੰ ਲੋੜ ਪਈ ਹੈ ਆਪੇ ਕੈਸ਼ ਕਰਾ ਲਾਂਗੇ, ਰੌਲਾ ਉਹਦੇ ਉੱਤੇ ਵੀ ਆ। ਪਰ ਕਈ ਆੜ੍ਹਤੀਏ ਇਹੋ ਜਿਹੇ ਪੁਰਾਣਾ ਵਿਸ਼ਵਾਸ ਬਣਿਆ ਕਿ 20-20 ਸਾਲ ਹੋ ਗਏ ਆ, ਕਿਸਾਨ ਜਦੋਂ ਬੈਂਕ ਤੋਂ ਚੈੱਕ ਬੁੱਕ ਲਿਆਉਂਦਾ ਸਿੱਧੀ ਲਿਆ ਕੇ ਉਹਨਾਂ ਕੋਲ ਜਮ੍ਹਾਂ ਕਰਾ ਦਿੰਦਾ, ਯਾਰ ਜਦੋਂ ਲੋੜ ਪਈ ਆ ਮੇਰੇ ਦਸਤਖਤ ਕਰਾ ਛੱਡ, ਤੂੰ ਆਪੇ ਕਢਾ ਲਈ। ਇੰਨੇ ਵਿਸ਼ਵਾਸ ਦੇ ਉੱਤੇ ਵੀ ਚੱਲਦੇ ਆ। ਇਹ ਸਾਰੀ ਕਿਸਮ ਦਾ ਸਿਸਟਮ ਹੈਗਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਮੰਡੀ ਦੇ ਵਿੱਚ ਬੈਠਾ ਕਿਸਾਨ ਜੇ ਇਸ ਵੇਲੇ ਉਹਦੀ ਫਸਲ ਵੇਲੇ ਸਿਰ ਨਾ ਵਿਕੇ, ਵੇਲੇ ਸਿਰ ਨਾ ਚੁੱਕੀ ਜਾਵੇ, ਉਹਨਾਂ ਚਿਰ ਉਹ ਨਾ ਪਿੱਛੇ ਜਾਣ ਜੋਗਾ ਨਾ ਮੰਡੀ 'ਚ ਬਹਿਣ ਜੋਗਾ, ਇੱਕ ਲੱਤ ਘਰ ਦੂਸਰੀ ਲੱਤ ਮੰਡੀ 'ਚ ਹੋਵੇ, ਇਹ ਉਹਦੀਆਂ ਮੁਸ਼ਕਲਾਂ 'ਚ ਵਾਧਾ ਕਰਦਾ। ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਦਾ, ਜਿਹੜੇ ਅਧਿਕਾਰੀਆਂ ਦਾ ਇਹਦੇ ਨਾਲ ਸੰਬੰਧ ਹੈ, ਉਹਨਾਂ ਸਾਰਿਆਂ ਨੂੰ ਚੰਡੀਗੜ੍ਹੋਂ ਜਰਾ ਬਾਹਰ ਨਿਕਲ ਕੇ ਮੰਡੀਆਂ ਤੱਕ ਜਾਣਾ ਚਾਹੀਦਾ, ਪਤਾ ਫੇਰ ਲੱਗੂਗਾ ਅਸਲ ਹਾਲਤ ਕੀ ਹੈ। ਪੰਨੂ ਸਾਹਿਬ ਇੱਕ ਗੱਲ ਹੋਰ ਹੈ, ਪਹਿਲਾਂ ਵੱਖ-ਵੱਖ ਸੂਬਿਆਂ ਤੋਂ ਕਈ ਖਬਰਾਂ ਆਈਆਂ ਕਿ ਉੱਥੋਂ ਦੇ ਟਰੱਕ ਫੜੇ ਜਾ ਰਹੇ ਆ, ਫਸਲ ਇੱਧਰ ਆ ਰਹੀ ਹੈ। ਹੁਣ ਇਸ ਤਰ੍ਹਾਂ ਦੇ ਕੋਈ ਹਾਲਾਤ ਤਾਂ ਨਹੀਂ ਗੇ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ। ਨਹੀਂ, ਉਹ ਅਸੀਂ ਸਭ ਤੋਂ ਪਹਿਲਾਂ ਖਬਰ ਦਿੱਤੀ ਸੀ ਜੀ, ਯਾਦ ਆ। ਔਰ ਉਹ ਜਿਹੜੀ ਕਣਕ ਫੜੀ ਗਈ ਸੀ ਉਦੋਂ ਰੋਪੜ ਵਿੱਚ ਵੀ, ਬਠਿੰਡੇ ਵਿੱਚ ਵੀ ਜੀ, ਕਿਉਂਕਿ ਝੋਨੇ ਦੇ ਮਾਮਲੇ 'ਚ ਭੰਡੀ ਬਹੁਤ ਹੋ ਚੁੱਕੀ ਸੀ ਪੰਜਾਬ ਸਰਕਾਰ ਦੀ, ਕਿ ਨਾ ਰੋਕਿਆ ਨਹੀਂ, ਉੱਪਰਲੇ ਪੱਧਰ ਤੱਕ ਗੱਲਾਂ ਚੱਲਦੀਆਂ ਸਨ। ਇਸ ਵਾਰੀ ਕਣਕ ਦੇ ਮਾਮਲੇ 'ਚ ਇਹਨਾਂ ਨੇ ਸਖਤੀ ਕੀਤੀ ਹੈ, ਫਟਾਫਟ ਪਰਚੇ ਦਰਜ ਕੀਤੇ ਆ। ਮੇਰੀ ਜਾਣਕਾਰੀ ਇਹ ਕਹਿੰਦੀ ਹੈ ਕਿ ਹੁਣ ਦੂਸਰੇ ਰਾਜਾਂ ਤੋਂ ਕਣਕ ਇੱਥੇ ਨਹੀਂ ਆ ਰਹੀ। ਅੱਜ ਇਸਰੋ ਦੇ ਜਸੂਸੀ ਕੇਸ ਦੀ ਵੀ ਸੁਣਵਾਈ ਸ਼ੁਰੂ ਹੋ ਗਈ ਹੈ, ਤਾਜ਼ਾ ਹਾਲਾਤ ਕੀ ਨੇ? ਭਾਰਤ ਦੀ ਜਿਹੜੀ ਸਪੇਸ ਦੇ ਵਿੱਚ ਪੁਲਾੜ 'ਚ ਖੋਜ ਕਰਨ ਵਾਲੀ ਜਥੇਬੰਦੀ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸਰੋ, 1994 'ਚ ਉਹਦੇ ਸੀਨੀਅਰ ਸਾਇੰਟਿਸਟ ਨੰਬੀ ਨਰਾਇਣਨ ਨੂੰ ਜਸੂਸੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਮਾਲਦੀਵ ਦੀਆਂ 2 ਔਰਤਾਂ ਨੂੰ ਫੜਿਆ ਗਿਆ। ਕੇਰਲਾ ਦੇ ਪੁਲਿਸ ਵਾਲਿਆਂ ਨੇ ਆਖਿਆ ਜੀ ਇੱਥੋਂ ਡਾਕੂਮੈਂਟਸ ਜਿਹੜੇ ਨੇ ਪੁਲਾੜ ਦੀ ਖੋਜ ਦੇ ਬਾਹਰ ਪਹੁੰਚਾਏ ਗਏ, ਫਲਾਣੇ ਨੂੰ ਵੇਚੇ ਗਏ। ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਕੇਰਲਾ ਵਾਲੇ ਪੁਲਿਸ ਵਾਲਿਆਂ ਨੇ ਸਿਰਫ ਤਰੱਕੀਆਂ ਲੈਣ ਵਾਸਤੇ ਇੱਕ ਬੜੇ ਹੋਣਹਾਰ ਸਾਇੰਟਿਸਟ ਨੂੰ ਇਹਦੇ 'ਚ ਫਸਾ ਕੇ ਦਾਗੀ ਕੀਤਾ, ਉੱਤੇ ਕਾਲਾ ਧੱਬਾ ਲਾਇਆ। ਕਈ ਸਾਲ ਕੇਸ ਚੱਲਦਾ ਰਿਹਾ। ਕੇਸ ਚੱਲਣ ਤੋਂ ਬਾਅਦ ਪਤਾ ਲੱਗਾ ਕਿ ਕੇਸ ਵਿੱਚ ਕੱਖ ਵੀ ਨਹੀਂ, ਸਾਰਾ ਝੂਠਾ ਸੀ। ਇਹਦਾ ਕਰਕੇ ਜਿਹੜੇ ਬਾਕੀ ਦੇ ਸਾਇੰਟਿਸਟ ਸੀ ਉਹਨਾਂ ਨੂੰ ਵੀ ਲੋਕ ਟੀਚਰਾਂ ਕਰਦੇ ਹੁੰਦੇ ਸੀ। ਵਿਆਹ ਸ਼ਾਦੀਆਂ 'ਤੇ, ਬਾਜ਼ਾਰ ਗਿਆ ਨੂੰ, ਰਸਤੇ 'ਚ ਕਿਤੇ ਫਾਟਕ 'ਤੇ ਗੱਡੀ ਖਲੋ ਗਈ, ਉੱਥੇ ਵੀ ਲੱਗੇ ਸਾਰਿਆਂ ਨੇ ਟੀਚਰਾਂ ਕੀਤੀਆਂ, ਇਹਨਾਂ ਦੀ ਗੱਡੀ ਪਹਿਲਾਂ ਲੰਘਾ ਦਿਓ ਵੀ ਇਹਨਾਂ ਨੇ ਪੁਲਾੜ ਖੋਜ ਦੇ ਜਿਹੜੇ ਡਾਕੂਮੈਂਟ ਹੈ ਪਾਕਿਸਤਾਨ ਨੂੰ ਦੇਣ ਜਾਣਾ ਹੋਣਾ। ਉਹ ਜਿਹੜੇ ਰਾਤ ਦਿਨ ਖੋਜ ਕਰਦੇ ਪਏ ਆ, ਜਦੋਂ ਉਹਨਾਂ ਨੂੰ ਇੱਦਾਂ ਦੇ ਤਾਨੇ ਦਿੱਤੇ ਜਾਣ ਤੇ ਮਰ ਜਾਣ ਨੂੰ ਜੀ ਨਹੀਂ ਕਰਦਾ। ਉਹ ਬਹੁਤ ਬੁਰੀ ਹਾਲਤ ਵਿੱਚ ਉਦੋਂ ਲੰਘੇ ਸੀ। ਹੁਣ ਉਹ ਕੇਸ ਇੱਕ ਵਾਰੀ ਖਤਮ ਹੋ ਚੁੱਕਾ। ਨੰਬੀ ਨਰਾਇਣਨ ਨੂੰ 50 ਲੱਖ ਰੁਪਈਆ ਮੁਆਵਜ਼ਾ, ਜਿਹੜਾ ਪਹਿਲਾ ਮੁਆਵਜ਼ਾ, ਉਹ ਅਦਾਲਤ ਦੇ ਹੁਕਮ 'ਤੇ ਮਿਲ ਚੁੱਕਾ। ਪਰ ਜੇ ਹੁਣ ਤੱਕ ਨੌਕਰੀ ਕਰਦਾ ਰਹਿੰਦਾ ਤੇ 2-3 ਕਰੋੜ ਰੁਪਏ ਤੇ ਵੈਸੇ ਹੀ ਉਹਦੇ ਬਣ ਜਾਣੇ ਸੀ। ਹੁਣ ਤੱਕ ਤਨਖਾਹਾਂ ਦੇ 50 ਲੱਖ ਕੁਛ ਵੀ ਨਹੀਂ। ਹੁਣ ਉਹਨੂੰ ਬਹੁਤ ਮੋਟੇ ਮੁਆਵਜ਼ੇ ਦੀ ਵੀ ਲੋੜ ਆ,
ਮਾਨਸਿਕ ਤੌਰ ਤੇ ਜਿਹੜਾ ਪਰੇਸ਼ਾਨ ਕੀਤਾ ਗਿਆ ਉਹਦਾ ਵੀ, ਔਰ ਜਿਹੜਾ ਦੇਸ਼ ਦਾ ਨੁਕਸਾਨ ਹੋਇਆ, ਦੇਸ਼ ਦੇ ਅਕਸ ਦਾ ਨੁਕਸਾਨ ਹੋਇਆ, ਇਸਰੋ ਵਰਗੀ ਜਸੂਸੀ ਸਾਡੀ ਜਿਹੜੀ ਪੁਲਾੜ ਖੋਜ ਸੰਸਥਾ ਜਿਹਨੇ ਸਪੇਸ ਦੇ ਵਿੱਚ ਕਿੱਥੇ ਚੰਦ ਤੱਕ ਪਹੁੰਚ ਕੀਤੀ ਹੈ, ਸ਼ੁੱਕਰ ਮੰਗਲ ਤੱਕ ਪਹੁੰਚ ਕੀਤੀ ਪਈ ਹੈ, ਉਸ ਸੰਸਥਾ ਦੀ ਜਿੰਨੀ ਬਦਨਾਮੀ ਹੋਈ ਹੈ, ਇਸ ਮਸਲੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਪੁਲਿਸ ਵਾਲਿਆਂ ਨੂੰ ਸਖਤ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ, ਤੇ ਜਿਨ੍ਹਾਂ ਨੇ ਉਹ ਦੌਰ ਭੁਗਤਿਆ, ਹੰਢਾਇਆ, ਕਸ਼ਟ ਝੱਲਿਆ, ਉਹਨਾਂ ਸਾਰਿਆਂ ਨੂੰ ਇਹ ਪੈਸਿਆਂ ਦੇ ਨਾਲ ਉਸ ਨੁਕਸਾਨ ਦੀ ਭਰਪਾਈ ਤਾਂ ਨਹੀਂ ਹੋ ਸਕਦੀ ਜੀ, ਉਸ ਮਾਨਸਿਕ ਪੀੜ ਦੀ ਭਰਪਾਈ ਤਾਂ ਨਹੀਂ ਹੋ ਸਕਦੀ, ਪਰ ਫਿਰ ਵੀ ਜਿੰਨਾ ਕੁ ਹੋ ਸਕੇ ਸੁਪਰੀਮ ਕੋਰਟ ਨੂੰ ਔਰ ਦੇਸ਼ ਦੀ ਵੱਡੀ ਸਰਕਾਰ ਨੂੰ, ਕੇਂਦਰ ਵਾਲੀ ਨੂੰ, ਜਿੰਨਾ ਵੀ ਹੋ ਸਕੇ ਉਹਨਾਂ ਦੇ ਅਥਰੂ ਪੁੰਝਣ ਵਾਸਤੇ ਜੋ ਕੁਛ ਹੈ, ਉਹਨਾਂ ਦਾ ਮਾਣ ਸਨਮਾਨ ਬਹਾਲ ਕਰਨ ਵਾਸਤੇ ਉਹ ਜਿਹੜਾ ਅਜੇ ਤੱਕ ਨਹੀਂ ਕੀਤਾ ਜੀ, ਉਹ ਹੁਣ ਕਰਨਾ ਚਾਹੀਦਾ। ਕਿਉਂਕਿ ਪੰਨੂ ਸਾਹਿਬ ਬਹੁਤ ਸਮਾਂ ਹੋ ਗਿਆ, ਕਾਫੀ ਕੁਝ ਕੀਤਾ ਜਾ ਸਕਦਾ ਹੈ, ਦੇਸ਼ ਲਈ ਕਈ ਕੁਝ ਕਰ ਸਕਦਾ ਸੀ ਜੀ। ਸੋ ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।